दोषियों नूं फांसी दो। योगी सरकार मुर्दाबाद मोदी सरकार मुर्दाबाद, दोषियों नूं फांसी दो। हाँ जी, मैं आप सबको ये बताना चाहता हूँ कि ये बहुत ही दुर्भाग्यपूर्ण और अमानवीय घटना है कि देश की बेटियाँ अब सुरक्षित नहीं हैं। आए दिन देश की बेटियों के साथ बलात्कार जैसी घिनौनी हरकतें हो रही हैं और देश की बेटियां ये कह रही थी, सरकार, केंद्र सरकार और उत्तर प्रदेश सरकार ये कह रही थी कि देश डिजिटल इंडिया बनने जा रहा है। और ये है डिजिटल इंडिया, ये डिजिटल इंडिया की तस्वीर है। जहां देश की बेटियां सुरक्षित नहीं है तो देश का भविष्य कैसे सुरक्षित होगा? देश का भविष्य अब किनके हाथ में है? अब उन लोगों के हाथ में है जिनके घर पे खुद भी बहू बेटियां नहीं हैं। और अब देश का भविष्य अब हम लोगों को खुद ही संभालना पड़ेगा। मेरी सबसे विनती है कि शस्त्र उठाओ, अपनी बेटी को खुद बचाओ। अगर आप अपनी बेटी को बचाना चाहते हो तो आप उसे हर तरह की शिक्षा दो, पढ़ाई के साथ साथ आप उसे शस्त्र चलाने की विद्या सिखाओ ताकि बेटी अपनी आज़ादी को लेके घूम सके। उसके मौलिक अधिकार छीने जा रहे हैं, संवैधानिक अधिकार छीने जा रहे हैं। और बेटियों का देखो, एक तो पहले उसके साथ ऐसी घटना हुई जिसने सारे संसार को शर्मसार कर दिया और उसके बावजूद, संसार को शर्मसार करने के बावजूद इन्होंने एक और अमानवीय घटना को आधी रात को उसका संस्कार कर दिया, जो कि बिल्कुल ही इससे उनका पर्दा फाश होता जा रहा है कि यूपी सरकार इसमें मिली हुई है कि कोई भी जांच ना हो, विसरा रिपोर्ट ना हो। मेरी केंद्र सरकार से और सभी लोगों से ये बेनती है कि हमें इंसाफ दो और इस बेटी को इंसाफ दिलाने के लिए हम आंदोलन जारी रखेंगे और जब तक चलेगा हम आंदोलन चलाएंगे जब तक इसके परिवार को इंसाफ नहीं मिल जाता। ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਸਟੇਟਾਂ ਦੇ ਉੱਤੇ ਜਿਹੜੇ ਬੇਟੀਆਂ ਨਾਲ ਬਲਾਤਕਾਰ ਹੋ ਰਹੇ ਆ, ਚਾਹੇ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ, ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਰੱਖਦੀ ਹੈ। ਬੇਟੀ ਤਾਂ ਬੇਟੀ ਹੈ, ਚਾਹੇ ਉਹ ਤੁਹਾਡੀ ਹੈ ਚਾਹੇ ਸਾਡੀ ਹੈ, ਸਰਕਾਰ ਦੇ ਕਿਸੇ ਵੀ ਅਹੁਦੇਦਾਰ ਦੀ ਹੈ। ਪਰ ਬੇਟੀਆਂ ਨਾਲ ਜੋ ਅਤਿਆਚਾਰ ਹੋ ਰਿਹਾ ਆ ਉਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੰਜਾਬ ਦੇ ਵਿੱਚ ਵੀ ਸਲੇਮ ਟਾਪਰੀ ਦੇ ਵਿੱਚ ਵੀ ਇੱਕ ਬੇਟੀ ਨਾਲ ਬਲਾਤਕਾਰ ਹੋਇਆ, 8 ਸਾਲ ਦੀ ਬੇਟੀ ਨਾਲ। ਇਹ ਵੀ ਸ਼ਰਮਨਾਕ ਸਾਰ ਗੱਲ ਹੈ। ਤੇ ਕੁਝ ਟਾਈਮ ਪਹਿਲਾਂ ਕਾਂਗਰਸੀਏ ਵੀ ਲੱਗੇ ਸੀ ਸੜਕਾਂ ਦੇ ਉੱਪਰ ਆ ਕੇ, ਜਦੋਂ ਯੂਪੀ ਦੀ ਖਬਰ ਲੱਗੀ ਸੀ ਬਲਾਤਕਾਰ ਬੇਟੀ ਮਨੀਸ਼ਾ ਦੇ ਨਾਲ ਹੋਇਆ ਸੀ। ਤੇ ਅੱਜ ਮੈਂ ਉਹਨਾਂ ਨੂੰ ਵੀ ਕਹਿਣਾ ਆ ਵੀ ਜੇ ਪੰਜਾਬ 'ਚ ਹੋਇਆ ਤਾਂ ਆਪਣੀ ਸਰਕਾਰ ਦਾ ਥੋੜਾ ਵਿਰੋਧ ਕਰੋ ਤਾਂ ਕਿ ਬੇਟੀਆਂ ਨੂੰ ਇਨਸਾਫ ਮਿਲ ਸਕੇ। ਬਲਾਤਕਾਰ ਵਰਗੀ ਘਟਨਾ ਸਾਡੇ ਦੇਸ਼ 'ਚ ਤਾਂ ਹੁੰਦੀ ਹੈ ਕਿ ਜੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਤੇ ਜੇ ਕਿਤੇ ਕਾਨੂੰਨ ਬਣ ਜਾਏ ਸਖਤ ਤੇ ਬੇਟੀਆਂ ਆਜ਼ਾਦੀ ਨਾਲ ਆ ਜਾ ਸਕਣ। ਚਲੋ 8 ਵਜੇ ਤੋਂ ਬਾਅਦ ਬੇਟੀ ਘਰੇ ਨਹੀਂ ਆਉਂਦੀ ਤੇ ਸਾਨੂੰ ਸਾਰਿਆਂ ਨੂੰ ਡਰ ਲੱਗਦਾ ਆ ਕਿ ਉਹਨਾਂ ਕੋਈ ਘਟਨਾ ਨਾ ਹੋ ਜਾਏ, ਕਿਉਂਕਿ ਸਾਡੇ ਸਮਾਜ ਦੇ ਵਿੱਚ ਕੁਝ ਦਰਿੰਦੇ ਸ਼ਰਾਫਤ ਦਾ ਨਕਾਬ ਪਾ ਕੇ ਘੁੰਮਦੇ ਨੇ ਤੇ ਜਿਹੜੇ ਇਹ ਘਟਨਾ ਨੂੰ ਇਲਜ਼ਾਮ ਦਿੰਦੇ ਨੇ। ਤੇ ਜਿਹੜੀ ਯੂਪੀ ਦੇ ਵਿੱਚ ਘਟਨਾ ਹੋਈ ਹੈ ਉਹਦੇ ਵਿੱਚ ਬੀਜੇਪੀ ਸਰਕਾਰ ਸਿੱਧਾ ਹੱਥ ਹੈ, ਕਿਉਂਕਿ ਰਾਤੀ 2:30 ਵਜੇ ਉਹਨਾਂ ਨੇ ਸੰਸਕਾਰ ਕਰਤਾ। ਤੇ ਨਾਲ ਹੀ ਮੈਂ ਵੀ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਣਯੋਗ ਹੈ। ਤੇ ਦਲਿਤ ਭਾਈਚਾਰੇ ਦੇ ਨਾਲ ਜਿਹੜੀ ਇਹ ਘਟਨਾ ਹੋਈ ਹੈ, ਦਲਿਤ ਭਾਈਚਾਰੇ 131 ਸਾਂਸਦ ਨੇ ਸਾਡੇ ਦਲਿਤ ਤੇ ਇੱਕ ਰਾਸ਼ਟਰਪਤੀ ਵੀ ਦਲਿਤ ਹੈ, ਫਿਰ ਵੀ ਇਨਸਾਫ ਨਹੀਂ ਮਿਲ ਰਿਹਾ, ਫਿਰ ਵੀ ਇਹ ਸ਼ਰਮਨਾਕ ਘਟਨਾ ਹੋ ਰਹੀ ਹੈ। ਤੇ ਸਾਨੂੰ ਕਿਤੇ ਨਾ ਕਿਤੇ ਇਹ ਕਮੀਆਂ ਨੂੰ ਦੂਰ ਕਰਨਾ ਪਏਗਾ, ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਪਏਗਾ ਆਪਣੀਆਂ ਬੇਟੀਆਂ ਸੁਰੱਖਿਆ ਦੇ ਲਈ। ਕੜੇ ਕਾਨੂੰਨ ਬਣਾਉਣੇ ਪੈਣਗੇ ਸਰਕਾਰਾਂ ਨੂੰ। ਜੈ ਹਿੰਦ, ਜੈ ਭਾਰਤ।